ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਨਿੱਘੀ ਜੀ ਆਇਆਂ। ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਕਾਫਲਾ ਟੀਵੀ 7 ਦਿਨ 24 ਘੰਟੇ ਤੁਸੀਂ ਵਾਚ ਕਰਦੇ ਹੋ। ਵੱਖੋ ਵੱਖਰੇ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ। ਅਗਰ ਤੁਸੀਂ ਕਾਫਲਾ ਟੀਵੀ ਦਾ ਪੇਜ ਜਾਂ ਕਾਫਲਾ ਟੀਵੀ ਦਾ YouTube ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾ ਕੇ YouTube ਚੈਨਲ ਦੇ ਉੱਤੇ ਸਬਸਕ੍ਰਾਈਬ ਕਰੋ। ਵੱਖੋ ਵੱਖਰੇ ਐਪੀਸੋਡ ਪਏ ਨੇ। ਹਮੇਸ਼ਾ ਅਸੀਂ ਤੁਹਾਡੇ ਵਾਸਤੇ ਜੋ ਕਿ ਇਸ ਮੁਲਕ ਦੀਆਂ ਗਤੀਵਿਧੀਆਂ ਗੱਲਾਂ ਬਾਤਾਂ ਪ੍ਰੋਪਰਟੀ ਟੈਕਸ ਜਾਂ ਇੰਟਰਸਟ ਰੇਟ ਜਿਹੜਾ ਹੈਗਾ ਉੱਪਰ ਜਾ ਰਿਹਾ ਹੈਗਾ, ਘਰਾਂ ਦੀ ਪ੍ਰਾਈਸ, ਹਮੇਸ਼ਾ ਉਹਦੇ ਉੱਤੇ ਗੱਲਾਂ ਬਾਤਾਂ ਕਰਦੇ ਹਾਂ। ਅੱਜ ਆਪਣੇ ਸਟੂਡੀਓ ਦੇ ਵਿੱਚ ਪ੍ਰੀਤੀ ਜੀ ਪਹੁੰਚੇ ਨੇ ਜੋ ਕਿ ਮੌਰਗੇਜ, ਭਾਵੇਂ ਤੁਸੀਂ ਫਸਟ ਸੈਕੰਡ ਥਰਡ ਮੌਰਗੇਜ ਲੈਣੀ ਹੋਵੇ, ਕੋਈ ਬਿਜ਼ਨਸ ਦੀ ਮੌਰਗੇਜ ਜਾਂ ਲੋਨ ਲੈਣਾ ਹੋਵੇ ਤਾਂ ਜਿਹੜੀ ਕਾਲ ਕੀਤੀ ਜਾ ਸਕਦੀ ਆ। ਪ੍ਰੀਤੀ ਜੀ ਪਹਿਲਾਂ ਤੁਹਾਡਾ ਵੈਲਕਮ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੱਸਿਏ ਜੀ ਪ੍ਰੀਤੀ ਜੀ, ਮੌਰਗੇਜ ਤੁਸੀਂ ਭਾਵੇਂ 2-4 ਲੱਖ ਦੀ ਲੈਣੀ ਆ, ਭਾਵੇਂ 2-4 ਮਿਲੀਅਨ ਦੀ ਲੈਣੀ ਹੈਗੀ ਹੈ, ਜਾਂ ਕੋਈ ਕਮਰਸ਼ੀਅਲ ਵੀ ਕੋਈ ਮੌਰਗੇਜ ਲੈਣੀ ਚਾਹੁੰਦੇ ਹੋ ਤਾਂ ਵੀ ਜਿਹੜਾ ਸੰਪਰਕ ਕੀਤਾ ਜਾ ਸਕਦਾ ਜੀ। ਗੱਲ ਕਰਾਂਗੇ ਜਿਹੜਾ ਇੰਟਰਸਟ ਰੇਟ ਹੈਗਾ, ਕਿਉਂਕਿ ਜੇ ਗੱਲ ਕਰੀਏ ਕੁਛ ਐਸ ਜੋ 2022 ਦੇ ਵਿੱਚ ਆ ਕਾਫੀ ਜ਼ਿਆਦਾ ਉੱਪਰ ਗਿਆ ਹੈਗਾ। ਪਹਿਲਾਂ ਲੋ ਸੀਗਾ ਪਰ ਲੋਕਾਂ ਨੇ ਜਿਹੜਾ ਸੀਗੇ ਪ੍ਰਾਪਰਟੀਆਂ ਮਲਟੀਪਲ ਆਫਰ ਦੇ ਵਿੱਚ ਜਾ ਰਹੇ ਸੀਗੇ, ਲੋਕਾਂ ਨੇ ਜਿਹੜੀਆਂ ਪ੍ਰਾਪਰਟੀਆਂ ਗ੍ਰੈਬ ਕਰ ਲਈਆਂ। ਉਦੋਂ ਵੀ ਪਤਾ ਨਹੀਂ ਪ੍ਰਾਪਰਟੀ ਦਾ ਰੇਟ ਹੋਰ ਕਿੰਨਾ ਉੱਪਰ ਜਾਣਾ ਹੈਗਾ। ਨਾਲ ਦੀ ਨਾਲ ਗਵਰਨਮੈਂਟ ਨੂੰ ਦੇਖਿਆ ਵੀ ਜਿਹੜੀ ਡਿਮਾਂਡ ਜ਼ਿਆਦਾ ਹੋ ਰਹੀ ਹੈਗੀ ਆ, ਲੋਕੀ ਜ਼ਿਆਦਾ ਬਾਏ ਕਰ ਰਹੇ ਨੇ, ਜਿਹੜੀ ਘਰਾਂ ਦੀ ਪ੍ਰਾਈਸ ਆ ਉੱਪਰ ਜਾ ਰਹੀ ਹੈਗੀ। ਇੰਟਰਸਟ ਰੇਟ ਉਹਨਾਂ ਨੂੰ ਵਧਾਉਣਾ ਮਜਬੂਰ, ਜਿਹੜਾ ਵਧਾਈ ਜਾ ਰਹੇ ਨੇ ਸਟਿਲ ਹਜੇ ਵੀ। ਉਹ ਕਹਿ ਰਹੇ ਨੇ ਵੀ ਮਾਰਚ ਦੇ ਵਿੱਚ ਵੀ ਜਿਹੜਾ ਇੰਟਰਸਟ ਰੇਟ ਆ ਉੱਪਰ ਜਾ ਸਕਦਾ ਹੈਗਾ, ਮਿਡ ਸਮਰ ਦੇ ਵਿੱਚ ਵੀ ਉੱਪਰ ਜਾ ਸਕਦਾ ਹੈਗਾ। ਪਰ ਉਹਦੇ ਨਾਲ ਜਿਹੜੇ ਲੋਕਾਂ ਨੇ ਜਿਹੜੀਆਂ ਜੌਬ ਨੇ ਉਹ ਸੇਮ ਉਸੇ ਤਰ੍ਹਾਂ ਚੱਲਦੇ ਨੇ, ਉਹਨਾਂ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਹੈਗਾ। ਪਰ ਕਈ ਵਾਰ ਲੋਕਾਂ ਨੇ ਕੀ ਕੀਤਾ ਜੀ, ਆਪਣੇ ਹੈਗਾ ਇੱਕ ਮੌਰਗੇਜ ਰੈਗੂਲਰ ਚੱਲਦੀ ਸੀ, ਉਸ ਤੋਂ ਬਾਅਦ ਦੇ ਵਿੱਚ ਇੱਕ ਸੈਕੰਡ ਮੌਰਗੇਜ ਵੀ ਚੱਕ ਲਈ ਹੈਗੀ ਆ। ਤੇ ਪਰ ਉਹਦੇ ਵਿੱਚ ਬੜਾ ਔਖਾ ਹੋਇਆ। ਜਿਹੜਾ ਇੰਟਰਸਟ ਰੇਟ ਹੁਣ 6% ਜਾਂ 6.5% ਤੱਕ ਪਹੁੰਚ ਗਿਆ, ਜਿਨ੍ਹਾਂ ਦਾ ਵੈਰੀਏਬਲ ਰੇਟ ਸੀਗਾ। ਪਰ ਉਹ ਲੋਕੀ ਜਿੱਦਾਂ ਦੋ ਮੌਰਗੇਜ ਨੇ, ਜਾਂ ਪਹਿਲਾਂ ਬੈਂਕ ਤੋਂ ਲਈ ਹੋਈ ਆ, ਦੂਜੀ ਬੀ ਲੈਂਡਰ ਤੋਂ ਲਈ ਹੋਈ ਆ, ਉਸ ਨੂੰ ਇੱਕ ਮੌਰਗੇਜ ਬਣਾ ਸਕਦੇ ਨੇ। ਹਾਂਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਦਊਂਗੀ ਕਿ ਮਾਰਗੇजेस ਦੇ ਰੇਟ ਵਧੇ ਆ। ਆਪਾਂ ਨੂੰ ਲੱਗਦਾ ਤਾਂ ਹੈ ਕਿ ਬਹੁਤ ਮੁਸ਼ਕਿਲ ਹੋ ਰਹੀ ਆ। ਠੀਕ ਆ, ਹਰ ਕਿਸੇ ਨੂੰ ਘਰਾਂ ਦੀ ਮਾਰਗੇजेस 'ਚ ਪੇ ਕਰਨ ਨੂੰ ਮੁਸ਼ਕਿਲ ਹੋ ਰਹੀ, ਬਟ ਗਵਰਨਮੈਂਟ ਵੀ ਦੇਖੋ ਕਿਉਂ ਵਧਾ ਰਹੀ ਆ। ਇਨਫਲੇਸ਼ਨ ਜਿਹੜੀ ਕਿ ਆਪਾਂ ਕਹਿੰਦੇ ਮਹਿੰਗਾਈ ਬਹੁਤ ਜ਼ਿਆਦਾ ਉੱਪਰ ਗਈ ਹੋਈ ਆ। ਇਹਨੂੰ ਕੰਟਰੋਲ ਕਰਨ ਲਈ ਹੀ ਇਹ ਜਿਹੜੇ ਮਾਰਗੇजेस ਦੇ ਰੇਟ ਵਧਾਏ ਜਾ ਰਹੇ ਨੇ। ਹੈ ਤਾਂ ਕਹਿ ਲਓ ਕਿ ਆਪਣੀ ਭਲਾਈ ਲਈ ਹੀ ਹੈ, ਫॉर ਲੌਂਗ ਟਰਮ ਲਈ। ਤੇ ਸੈਕੰਡ ਕੁਐਸਚਨ ਜਿੱਦਾਂ ਆਪਾਂ ਕੀ ਕਹਿੰਦੇ ਆ ਕਿ ਜੇ ਕਿਸੇ ਦੇ ਇੱਕ ਮਾਰਗੇਜ ਜਾਂ ਦੋ ਮਾਰਗੇजेस ਮਤਲਬ ਪੇ ਕਰ ਰਹੇ ਨੇ, ਹਾਈ ਪੇ ਇੰਟਰਸਟ ਰੇਟ ਪੇ ਕਰ ਰਹੇ ਨੇ, ਜਿਵੇਂ ਕਿ 10% ਜਾਂ 11% ਪੇ ਕਰ ਰਹੇ ਨੇ ਦੋ ਮਾਰਗੇजेस ਤੇ ਦੇयर ਇਜ਼ ਅ ਸੋਲੂਸ਼ਨ। ਜੇ ਉਹਨਾਂ ਦੀ ਮੈਚੁਰਿਟੀ ਡੇਟ ਨਜ਼ਦੀਕ ਆ ਰਹੀ ਹੈ ਤੇ ਆਪਾਂ ਉਸ ਨੂੰ ਇੱਕ ਮਾਰਗੇਜ 'ਚ ਕੰਬਾਈਨ ਕਰਕੇ ਸਿੰਗਲ ਡਿਜਿਟ ਤੇ ਉਹਨਾਂ ਦਾ ਇੰਟਰਸਟ ਰੇਟ ਲਿਆ ਸਕਦੇ ਹਾਂ ਜੀ। देयर इज़ अ सोल्यूशन। ਜੇ ਕੋਈ ਇਸ ਤਰ੍ਹਾਂ ਦੇ ਕਲਾਇੰਟ ਹੈਗੇ ਤੇ ਜ਼ਰੂਰ ਸਾਨੂੰ ਸੰਪਰਕ ਕਰੋ, ਸਾਡੇ ਕੋਲ ਸੋਲੂਸ਼ਨ ਹੈਗੇ। ਤੇ ਇੰਨਾ ਜੇ ਤੁਸੀਂ ਮਤਲਬ ਲੈਸ ਇੰਟਰਸਟ ਰੇਟ ਦੋ ਮਾਰਗੇजेस ਦੇ ਉੱਪਰ ਦੇਣ ਦੀ ਬਜਾਏ ਇੱਕ ਇੰਟਰਸਟ ਰੇਟ ਪੇ ਕਰੋ, ਔਰ ਉਹ ਵੀ ਸਿੰਗਲ ਡਿਜਿਟ। ਜੀ ਸਹੀ ਗੱਲ ਆ। ਕਈ ਵਾਰ ਕਿਸੇ ਨੇ ਮਿਲੀਅਨ ਦੀ ਚੱਕੀ ਹੁੰਦੀ ਆ ਬੀ ਲੈਂਡਰ ਤੋਂ ਜਾਂ ਬਾਹਰੋਂ ਕਿਤੋਂ, ਉਹਨਾਂ ਨੇ 2-4 ਲੱਖ ਡਾਲਰ ਚੱਕਿਆ ਹੁੰਦਾ ਹੈਗਾ। ਉਹਦਾ ਇੰਟਰਸਟ ਜ਼ਿਆਦਾ ਹੁੰਦਾ ਹੈਗਾ, ਕਿਉਂਕਿ ਦੋ ਪਾਸੇ ਜਿਹੜੀ ਮੌਰਗੇਜ ਪੇ ਕਰਨੀ ਪੈਂਦੀ ਹੈ। ਇਸ ਕਰਕੇ ਤੁਸੀਂ ਸਿੰਗਲ ਡਿਜਿਟ ਦੇ ਵਿੱਚ ਮੌਰਗੇਜ ਪੇ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਪ੍ਰੀਤੀ ਉਹਨਾਂ ਦੇ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ। ਫੋਨ ਨੰਬਰ ਸਕਰੀਨ ਤੇ ਦਿੱਤੇ ਗਏ ਨੇ, 647 646 6846 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਜੀ ਗੱਲ ਕਰੀਏ ਉਹਦੇ ਵਿੱਚ, ਜਦ ਤੁਸੀਂ ਮੌਰਗੇਜ ਦੀ ਆਲਰੇਡੀ ਡਿਕਲੇਅਰ ਕਰ ਦਿੱਤਾ ਵੀ ਆਪਣੇ ਕਲੀਅਰ ਕਰ ਦਿੱਤਾ ਵੀ ਆਲਰੇਡੀ ਜਿਹੜਾ ਹੈਗਾ ਦੋ ਮੌਰਗੇਜ ਇੱਕੋ ਘਰ ਦੇ ਉੱਤੇ ਚੱਕੀਆਂ ਨੇ, ਉਸ ਨੂੰ ਵਨ ਜਿਹੜੀ ਆਪਣੀ ਪੇਮੈਂਟ ਉਸ ਦੀ ਬਣ ਸਕਦੀ ਹੈਗੀ ਆ। ਤੁਹਾਨੂੰ ਵੀ ਬੜਾ ਈਜ਼ੀ ਆ ਉਹਦੇ ਨਾਲ। ਜਦੋਂ ਇਕੱਠੀ ਇੱਕ ਆਪਾਂ ਲੈਂਡਰ ਤੋਂ ਇਕੱਠਾ ਅਮਾਊਂਟ ਚੱਕਦੇ ਹੈਗਾ, ਉਹਦੇ ਵਿੱਚ ਥੋੜ੍ਹਾ ਜਿਹਾ ਇੰਟਰਸਟ ਰੇਟ ਵੀ ਜਿਹੜਾ ਹੈਗਾ ਲੋ ਹੋ ਜਾਂਦਾ ਹੈਗਾ। ਤੇ ਗੱਲ ਕਰੀਏ ਜਿੱਦਾਂ ਜੇ ਕਿਸੇ ਦਾ ਪਿਛਲੇ ਸਾਲਾਂ ਤੋਂ ਲੰਬਾ ਬਿਜ਼ਨਸ ਚੱਲਦਾ ਆ ਰਿਹਾ, ਉਹ ਬਿਜ਼ਨਸ ਤੇ ਆਪਣੇ ਓਨਲੀ ਬਿਜ਼ਨਸ ਦੇ ਉੱਤੇ ਲੋਨ ਚੱਕਣਾ ਚਾਹੁੰਦੇ ਨੇ, ਜਾਂ ਕੋਈ ਜੇ ਗੱਲ ਕਰੀਏ ਟਰੱਕਿੰਗ ਦੇ ਵਿੱਚ ਆ, ਕੋਈ ਟਰੱਕ ਜਾਲ ਲੈਣਾ ਚਾਹੁੰਦੇ ਨੇ, ਕਿ ਉਹਨਾਂ ਦਾ ਪਰਸਨਲ ਜਿਹੜਾ ਨਾਂ ਹੈਗਾ ਵਿੱਚ ਆਊਗਾ, ਜਾਂ ਕਿ ਇਕੱਲੇ ਬਿਜ਼ਨਸ ਦੇ ਉੱਤੇ ਹੀ ਜਿਹੜਾ ਮੌਰਗੇਜ ਲੋਨ ਜਿਹੜਾ ਚੱਕ ਸਕਦੇ ਨੇ? ਹਾਂਜੀ, ਦੇਖੋ ਇਹਦਾ ਵੀ ਸੋਲੂਸ਼ਨ ਹੈਗਾ ਆ। ਕੁਝ ਲੋਕਾਂ ਦੇ ਘਰਾਂ ਤੇ ਆਲਰੇਡੀ ਬਹੁਤ ਸਾਰਾ ਮਾਰਗੇਜ ਹੁੰਦੀ ਆ, ਇਕੁਇਟੀ ਨਹੀਂ ਹੁੰਦੀ, ਤੇ ਬਟ ਸਟਿਲ ਉਹ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹ ਰਹੇ ਨੇ, ਜਾਂ ਉਹਨਾਂ ਕੋਲ ਆਲਰੇਡੀ ਜੇ ਬਿਜ਼ਨਸ ਕੋਈ ਹੈਗਾ, ਟਰੱਕਿੰਗ ਬਿਜ਼ਨਸ ਹੈ, ਤੇ ਅਸੀਂ ਟਰੱਕਿੰਗ ਬਿਜ਼ਨਸ ਤੇ ਉਹਨਾਂ ਨੂੰ ਲੋਨ ਦਵਾ ਸਕਦੇ ਹਾਂ।
ਹੈ ਸਾਡੇ ਕੋਲ ਸੋਲੂਸ਼ਨ। ਸਾਡੇ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਕਲਾਇੰਟ ਆਉਂਦੇ ਆ ਐਂਡ ਵਧੀਆ ਇੰਟਰਸਟ ਰੇਟ ਤੇ ਉਹਨਾਂ ਨੂੰ ਇੱਕ ਬਿਜ਼ਨਸ ਲੋਨ ਦਵਾ ਸਕਦੇ ਆ ਜੀ। ਹਾਂਜੀ ਜੀ ਵਾਕਈ, ਕਿਉਂਕਿ ਸਾਨੂੰ ਜੋ ਕਿ ਪਿਛਲੇ ਵੀਕ ਅਸੀਂ ਐਪੀਸੋਡ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਸੀ, ਸਾਨੂੰ ਸਪੈਸ਼ਲੀ ਪ੍ਰੀਤੀ ਉਹਨਾਂ ਨੂੰ ਵੀ ਜਿਹੜੀ ਕਾਲ ਆਈ ਤੇ ਸਾਨੂੰ ਵੀ ਜਿਹੜੇ ਟੈਕਸਟ ਮੈਸੇਜ ਆਏ ਨੇ ਵੀ ਇਹ ਜਿਹੜੇ ਸਵਾਲ ਆ ਪੁੱਛੇ ਜਾਣ। ਕਈ ਵਾਰ ਆਪਾਂ ਹਮੇਸ਼ਾ ਟਰੱਕਿੰਗ ਦੇ ਵਿੱਚ ਜਦੋਂ ਕੋਈ ਲੋਨ ਜਾਂ ਟਰੱਕ ਲੈਣਾ ਹੈਗਾ, ਤੁਹਾਡੀ ਪਰਸਨਲ ਜਿਹੜੀ ਹੈਗੀ ਆ ਜਿਹੜੀ ਵਾਰੰਟੀ, ਉਹ ਆਪਣੀ ਜਿਹੜੀ ਰਿਸਪੌਂਸਿਬਿਲਿਟੀ ਜਿਹੜੀ ਮੰਗਦੇ ਨੇ ਵੀ ਤੁਹਾਡਾ ਜਿਹੜਾ ਨਾਂ ਹੋਣਾ ਚਾਹੀਦਾ ਹੈਗਾ, ਜ਼ਿੰਮੇਵਾਰੀ ਦੇਣੀ ਪੈਂਦੀ ਹੈ, ਫਿਰ ਹੀ ਤੁਹਾਨੂੰ ਜਾਂ ਟਰੱਕ ਆ ਜਾਂ ਤੁਹਾਡੀ ਪ੍ਰੋਪਰਟੀ ਕੋਈ ਲੈਣੇ ਹੈਗੇ। ਬਟ ਇਹ ਕਹਿ ਰਹੇ ਨੇ ਵੀ ਜਿਹੜਾ ਹੈਗਾ ਤੁਸੀਂ ਆਪਣੇ ਬਿਜ਼ਨਸ ਦੇ ਉੱਤੇ ਵੀ ਜਿਹੜਾ ਇਕੱਲਾ ਹੈਗਾ ਕੋਈ ਪ੍ਰੋਪਰਟੀ ਜਾਂ ਕੁਝ ਵੀ ਲੈਣਾ ਚਾਹੁੰਦੇ ਹੋਗੇ ਉਹਨੂੰ ਲੈ ਸਕਦੇ ਹੋ। ਤੇ ਗੱਲ ਕਰਦੇ ਹੈਗੇ ਆ ਜੀ ਹੁਣ ਕਿਉਂਕਿ ਬੈਂਕ ਆ ਜਿਹੜੀ ਜੀ ਲੋਕੀ ਘਰਾਂ ਨੂੰ ਲੈ ਕੇ ਜਾਂ ਆਪਣੇ ਬੈਂਕਾਂ ਦੇ ਵਿੱਚ ਲੋਕੀ ਕਈ ਵਾਰ ਕਹਿੰਦੇ ਨੇ ਜੀ ਸਾਡੇ ਉੱਤੇ ਥੋੜਾ ਜਿਹਾ ਕਰਜ਼ਾ ਚੱਕਿਆ ਹੋਇਆ, ਅਸੀਂ ਬੈਂਕਰਪਸੀ ਕਰ ਦਈਏ, ਤੇ ਉਹਦਾ ਵੀ ਕੋਈ ਹੱਲ ਹੋ ਸਕਦਾ ਹੈਗਾ ਵੀ? ਜਾਂ ਘਰ ਦੇ ਜਿੱਦਾਂ ਕਈ ਵਾਰ ਉਹਨਾਂ ਨੇ ਘਰ ਦੇ ਜਾਂ ਆਪਣੀ ਪਰਸਨਲ ਕੰਪਨੀ ਦੇ ਉੱਤੇ ਚੱਕਿਆ ਹੁੰਦਾ, ਜਾਂ ਫਿਰ ਘਰ ਦੇ ਵਿੱਚੋਂ ਐਕੁਇਟੀ ਵੀ ਕੱਢੀ ਜਾ ਸਕਦੀ ਹੈਗੀ ਹੈ ਜਾਂ ਕਿੱਦਾਂ ਜੀ? ਬੈਂਕਰਪਸੀ ਇੱਕ ਹੁੰਦਾ ਜੀ, ਦੇਖੋ ਬੈਂਕਰਪਸੀ ਇੱਕ ਹੁੰਦਾ ਕੰਜ਼ਿਊਮਰ ਅਪਰੂਵਲ, ਦੋਨੋਂ ਡਿਫਰੈਂਟ ਚੀਜ਼ਾਂ ਹੈਗੀਆਂ ਆ। ਬਟ ਹਾਂਜੀ ਕੁਝ ਲੋਕ ਗਲਤੀ ਕਰਦੇ ਨੇ ਕਿ ਮੈਂ ਇਹੀ ਕਹੂੰਗੀ ਕਿ ਥੋੜੇ ਲੋਨ ਵਾਸਤੇ ਕੰਜ਼ਿਊਮਰ ਅਪਰੂਵਲ ਕਰਾਉਣਾ ਮਤਲਬ ਬਹੁਤ ਵੱਡੀ ਮਿਸਟੇਕ ਹੈਗੀ ਆ, ਕਿਉਂਕਿ ਉਹ ਜਿਹੜਾ ਰੈਕਡ ਹੈਗਾ ਤੁਹਾਡੇ ਰੈਕਡ ਤੇ 7 ਸਾਲ ਤੱਕ ਰਹਿੰਦਾ ਜੀ, ਤੇ ਉਸ ਤੋਂ ਪਹਿਲਾਂ ਮਾਰਗੇਜ 7 ਸਾਲ ਤੋਂ ਪਹਿਲਾਂ ਕਹਿ ਲਓ ਕਿ ਬਹੁਤ ਮੁਸ਼ਕਿਲ ਹੋ ਜਾਂਦੀ ਆ। ਆਫ ਕੋਰਸ ਤੁਹਾਡੀ ਫਿਰ ਪ੍ਰਾਈਵੇਟਸ ਤੋਂ ਹੀ ਹੋ ਸਕਦੀ ਆ, ਜ਼ਰੂਰ ਹੋ ਸਕਦੀ ਆ, ਇੰਟਰਸਟ ਰੇਟ ਹਾਈ ਹੋਣਗੇ ਤੇ ਪ੍ਰਾਈਵੇਟ ਹੋਣਗੇ। ਹਾਂਜੀ, ਬਹੁਤ ਲੋਕਾਂ ਨੇ ਜਿੱਦਾਂ ਨਾ ਕਿ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਜਾਂਦੀ ਆ ਵੀ ਕਈ ਵਾਰ 10-20-50,000 ਹੁੰਦਾ ਜਾਂ $1,00,000 ਹੁੰਦਾ ਹੈਗਾ, ਬੈਂਕਰਪਸੀ ਕਰ ਲੈਂਦੇ ਨੇ, ਬਾਅਦ ਦੇ ਵਿੱਚ ਉਹਨਾਂ ਨੂੰ ਸੋਲੂਸ਼ਨ ਹੈਗੇ ਨੇ। ਹਾਂਜੀ, ਬੈਂਕਰਪਸੀ ਜਾਂ ਕੰਜ਼ਿਊਮਰ ਕਰ ਲੈਂਦੇ ਨੇ, ਕਈ ਵਾਰ ਉਹਦੇ ਵਿੱਚ ਫਿਰ ਘਰ ਨਹੀਂ ਲੈ ਸਕਦੇ ਹੈਗੇ, ਘਰ ਲੈਣਾ ਬਹੁਤ ਮੁਸ਼ਕਿਲ ਹੋ ਜਾਂਦਾ। ਹੋ ਜਾਏਗਾ, ਜ਼ਰੂਰ ਹੋਏਗਾ, ਬਟ ਹਾਈ ਇੰਟਰਸਟ ਰੇਟ ਹੋਏਗਾ। ਬਟ ਸਾਨੂੰ ਦੇਖੋ ਜੀ ਕਲਾਇੰਟਸ ਦੇ ਨਾਲ ਫਿਰ ਵੀ ਹੈਵ ਟੂ ਨੋ ਕਿ ਰੀਜ਼ਨ ਕੀ ਸੀ, ਤੁਸੀਂ ਕਿਉਂ ਕੰਜ਼ਿਊਮਰ ਅਪਰੂਵਲ ਕਰਾਏ, ਕੁਝ ਕੁਐਸਚਨਿੰਗ ਹੋਏਗੀ ਤਾਂ ਫਿਰ ਅਪਰੂਵ ਕਰਾ ਸਕਦੇ ਹਾਂ ਜੀ। ਬੈਠ ਕੇ ਤੁਸੀਂ ਡਿਟੇਲ ਦੇ ਵਿੱਚ ਇਨਕੁਆਇਰੀ ਕਰੋ, ਪਤਾ ਕਰੋ ਪ੍ਰੀਤੀ ਉਹਨਾਂ ਦੇ ਨਾਲ, ਤੁਸੀਂ ਬੈਠ ਕੇ ਜਿਹੜੀ ਮੀਟਿੰਗ ਸੈਟਅਪ ਕਰੋ ਤੇ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਸਕਣਗੇ। ਅਗਰ ਤੁਸੀਂ ਕੋਈ ਬੈਂਕਰਪਸੀ ਕੀਤੀ ਆ ਵੀ ਕੀ ਕਾਰਨ ਸੀ, ਉਸ ਤੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਤੇ ਫਿਰ ਤੁਸੀਂ ਘਰ ਜਿਹੜਾ ਪ੍ਰਾਪਰਟੀ ਹੈਗੀ ਆ ਲੈ ਸਕਦੇ ਹੋ। ਹਾਂਜੀ, ਬੈਂਕਰਪਸੀ ਉਸ ਤੋਂ ਉਹਦੇ ਤੇ ਇੱਕ ਆਪਸ਼ਨ ਜ਼ਰੂਰੀ ਹੈਗੀ ਆ ਕਿ ਬੈਂਕਰਪਸੀ ਜੇ ਕੰਜ਼ਿਊਮਰ ਅਪਰੂਵਲ ਕੀਤੀ ਆ ਕਿ ਤੁਸੀਂ ਉਸ ਨੂੰ ਫੁੱਲੀ ਪੇਡ ਕਰ ਦਿੱਤਾ ਹੈ ਜਾਂ ਨਹੀਂ, ਇਹ ਬਹੁਤ ਜ਼ਰੂਰੀ ਆ। ਤੇ ਫਿਰ ਅੱਗੇ ਚਾਂਸਸ ਹੈਗੇ ਕਿ ਤੁਸੀਂ ਮਾਰਗੇਜ ਦੇ ਲਈ ਅਪਰੂਵ ਹੋ ਸਕਦੇ ਆ, ਫੁੱਲੀ ਪੇਡ ਹੋਵੇ ਤੇ ਤੁਸੀਂ ਤੁਹਾਨੂੰ ਰਿਲੀਜ਼ ਲੈਟਰ ਮਿਲਿਆ ਹੋਵੇ, ਇਹ ਬਹੁਤ ਜ਼ਰੂਰੀ ਹੈ। ਜੀ ਹੁਣ ਦੇਖਣ ਨੂੰ ਕਾਫੀ ਆ ਰਿਹਾ ਹੈਗਾ, ਜਿਹੜੀ ਅਪਰੇਜ਼ਲਾਂ ਕਾਫੀ ਘੱਟ ਆ ਰਹੀਆਂ ਨੇ ਪ੍ਰਾਪਰਟੀ ਦੀਆਂ। ਜੇ ਕਿਸੇ ਨੇ 1.2 ਦੀ ਜਾਂ ਮਿਲੀਅਨ ਦੀ ਪ੍ਰਾਪਰਟੀ ਲਈ ਆ, ਉਹਦਾ ਜੇ ਮਿਲੀਅਨ ਦੀ ਲਈ ਆ ਤਾਂ $9,00,000 ਅਪਰੇਜ਼ਲ ਆ ਰਹੀ ਹੈਗੀ ਆ, ਜਾਂ ਕਿਸੇ ਨੇ 1.7 ਦੇ ਲਈ ਆ ਉਹਦੀ 1.5 ਅਪਰੇਜ਼ਲ ਆ ਰਹੀ ਹੈਗੀ ਆ। ਉਹਦੇ ਵਿੱਚੋਂ ਸ਼ਾਰਟਫਾਲ ਹੋਵੇ, ਮਤਲਬ ਥੋੜੇ ਪੈਸੇ ਬਹੁਤ ਘਟਦੇ ਨੇ ਡਾਲਰ, ਤੇ ਫਿਰ ਤੁਸੀਂ ਉਹ ਜਿਹੜਾ ਗੈਪ ਹੈਗਾ ਪੂਰਾ ਕਰ ਸਕਦੇ ਹੋ। ਜਿਹੜੀ ਅਪਰੇਜ਼ਲ ਘਟ ਰਹੀ ਹੈਗੀ ਉਹ ਕਿੱਦਾਂ? ਹਾਂਜੀ, देयर इज ਆਪਸ਼ਨ ਅਸੀਂ ਕਰ ਸਕਦੇ ਹਾਂ ਪੂਰੇ। ਹਮੇ ਕੁਝ ਹੀ ਕਲਾਇੰਟ ਇਸ ਤਰ੍ਹਾਂ ਹੀ ਥੋੜੇ ਦਿਨ ਪਹਿਲਾਂ ਹੀ ਕਾਲਸ ਆ ਰਹੀਆਂ ਕਿ ਅਸੀਂ ਕੁਝ ਮਹੀਨੇ ਪਹਿਲਾਂ ਘਰ ਲਿਆ ਸੀਗਾ, ਸਪੋਜ਼ 9 ਲੱਖ ਦਾ ਘਰ ਲਿਆ ਤੇ ਉਹਨਾਂ ਨੇ ਜੀ ਘਰ ਰੈਨੋਵੇਟ ਕਰਾ ਲਿਆ ਤੇ ਕੀ ਸਾਡੀ ਅਪਰੇਜ਼ਲ ਅਪ ਜਾ ਸਕਦੀ ਹੈ। ਬਟ ਜੇ ਅੱਜ ਦੀ ਡੇਟ 'ਚ ਕਹੀਏ ਤਾਂ ਅੱਜ ਦੀ ਡੇਟ 'ਚ ਬਹੁਤ ਮੁਸ਼ਕਿਲ ਹੈ। ਜੇ ਤੁਸੀਂ $1,00,000 ਉੱਪਰ ਲਗਾ ਵੀ ਲਿਆ ਆ ਬਟ ਸਟਿਲ ਅਪਰੇਜ਼ਲਸ ਤੁਹਾਡੀਆਂ 1.7 ਤੋਂ ਕਹਿ ਲਓ ਕਿ 1.9 ਤੱਕ ਨਹੀਂ ਜਾ ਸਕਦੀਆਂ, ਬਹੁਤ ਨੀਚੇ ਆ ਰਹੀਆਂ। ਬਟ ਸਟਿਲ ਜਿਹੜੀ ਸ਼ਾਰਟੇਜ ਹੋ ਰਹੀ ਆ, ਵੀ ਕੈਨ ਹੈਲਪ ਆਊਟ ਕਿਸੇ ਵੀ ਤਰ੍ਹਾਂ, ਜਿਸ ਤਰ੍ਹਾਂ ਵੀ। ਬਟ ਇਟ ਡਿਪੈਂਡਸ ਔਨ ਕਲਾਇੰਟ ਕਿ ਦੇਖੋ ਤੁਹਾਡਾ ਕੀ ਰੈਕਡ ਹੈਗਾ, ਕ੍ਰੈਡਿਟ ਸਕੋਰ ਕੀ ਆ, ਕਿਸ ਤਰ੍ਹਾਂ ਕੀ ਚੱਲ ਰਿਹਾ, ਉਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕਹਿ ਸਕਦੇ। ਹਾਂਜੀ, ਵਾਕਈ ਕਈ ਵਾਰ ਕੀ ਲੋਕੀ ਕਰਦੇ ਨੇ ਜੀ, ਆਪਣੇ ਘਰ ਜੋ ਵੀ ਆ 1.5 ਦਾ ਲੈ ਲਿਆ ਉਹਨਾਂ ਨੇ, $2-3 ਲੱਖ ਘਰ ਦੇ ਉੱਪਰ ਲਾਤਾ ਹੈਗਾ, ਰੈਨੋਵੇਸ਼ਨ ਕਰ ਲਿਆ, ਬਾਹਰ ਡਰਾਈਵੇ ਵਗੈਰਾ ਬਣਾ ਲਿਆ, ਅੰਦਰ ਬੇਸਮੈਂਟ ਬਣਾ ਲਈ ਆ, ਪਰ ਉਹਦੇ ਵਿੱਚ ਜਿਹੜਾ ਹੈਗਾ ਵੀ ਕੀ ਉਸ ਦੇ ਨਾਲ ਅਪਰੇਜ਼ਲ ਦਾ ਕੋਈ ਬਹੁਤਾ ਫਰਕ ਪੈਂਦਾ ਨਹੀਂਗਾ? ਨਹੀਂ ਪੈ ਸਕਦਾ ਆ, ਦੇਖੋ ਜੀ। ਹਾਂ, ਬਟ ਅੱਜ ਕੱਲ ਦੀ ਸਿਚੁਏਸ਼ਨ 'ਚ ਦੇਖੀਏ ਤਾਂ ਨਹੀਂ ਜਾ ਰਹੀ ਆ, ਬਿਕਾਜ਼ ਮਾਰਗੇजेस ਬਹੁਤ ਹਾਈ ਜਾ ਰਹੀਆਂ ਤੇ ਅਪਰੇਜ਼ਲਸ ਥੱਲੇ ਹੀ ਜਾ ਰਹੀਆਂ। ਬਟ ਇਟ ਡਿਪੈਂਡਸ ਕਿ ਦੇਖੋ ਚੈੱਕ ਕਰਨਾ ਪਏਗਾ ਕਿ ਕਿਸ ਤਰ੍ਹਾਂ ਦੀ ਪ੍ਰਾਪਰਟੀ ਹੈ, ਕ੍ਰੈਡਿਟ ਹਿਸਟਰੀ ਹੈਗੀ ਹੈ ਜੀ, ਸਾਰੇ ਕ੍ਰੈਡਿਟ ਹਿਸਟਰੀ ਚੈੱਕ ਕਰਨੀ ਪਊਗੀ, ਜਾਂ ਉਸ ਪ੍ਰਾਪਰਟੀ ਦੀ ਆਪਣੇ ਵੀ ਕਿਉਂ ਇਹਦੀ ਜਿਹੜੀ ਅਪਰੇਜ਼ਲ ਘੱਟ ਆਈ ਹੈਗੀ ਆ, ਕੀ ਕਾਰਨ ਨੇ। ਤੇ ਇਹ ਸਾਰਾ ਕੁਝ ਜਿਹੜਾ ਹੈਗਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਕਰਨੀ ਹੋਵੇ ਮਾਰਗੇਜ ਦਾ ਪ੍ਰਤੀ, ਭਾਵੇਂ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਮਾਰਗੇਜ ਲੈਣੀ ਹੋਵੇ, ਤਾਂ ਤੁਸੀਂ ਪ੍ਰੀਤੀ ਜੀ ਉਹਨਾਂ ਦੇ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈਗਾ। ਫੋਨ ਨੰਬਰ ਸਕਰੀਨ ਤੇ ਦਿੱਤੇ ਗਏ ਨੇ, ਤੁਸੀਂ ਮੇਰੇ ਕੋਲੋਂ ਵੀ ਐਨੀ ਟਾਈਮ ਤੁਸੀਂ ਜਿਹੜਾ ਨੰਬਰ ਇਹਨਾਂ ਦਾ ਲੈ ਸਕਦੇ ਹੈਗੇ ਹੋ। ਜੀ ਗੱਲ ਕਰੀਏ ਜਿਹੜੀਆਂ ਅਪਾਰਟਮੈਂਟ ਜਾਂ ਕਾਂਡੋਜ਼ ਨੇ, ਰਾਈਟ,
ਤੇ ਉਹਨਾਂ ਦੀ ਜਿਹੜੀ ਮੌਰਗੇਜ ਹੈਗੀ ਆ, ਤੁਸੀਂ ਉਹਦੇ ਵਿੱਚ ਵੀ ਜਿੱਦਾਂ ਕਈ ਵਾਰ ਅਪਰੇਜ਼ਲ ਵੀ ਉਹਨਾਂ ਦੇ ਵੀ ਜਦੋਂ ਭਾਵੇਂ ਸਸਤੀਆਂ ਹੁੰਦੀਆਂ ਨੇ 5-5 6-6 ਲੱਖ ਦੀਆਂ ਹੁੰਦੀਆਂ ਨੇ, ਉਹਨਾਂ ਦਾ ਵਿੱਚ ਜਿੱਦਾਂ ਕਈ ਵਾਰ ਡਾਊਨ ਪੇਮੈਂਟ ਦੀ ਪ੍ਰੋਬਲਮ ਆ ਜਾਂਦੀ ਹੈ, ਘਟ ਜਾਂਦੀ ਹੈਗੀ ਆ। ਤੇ ਉਹ ਤੁਸੀਂ ਫਿਰ ਕਿੱਦਾਂ ਉਹਦਾ ਵੀ ਇੱਕ ਹੀ ਜਿੱਦਾਂ ਵਨ ਸਿੰਗਲ ਜਿੱਦਾਂ ਹੈਗਾ ਇੱਕ ਮੌਰਗੇਜ ਕਰਦੇ ਹੈਗੇ ਹੋ, ਜਾਂ ਕਿ ਫਿਰ ਤੁਹਾਨੂੰ ਕਿਤੋਂ ਕਈ ਵਾਰ ਜਦੋਂ ਅਪਰੇਜ਼ਲ ਘੱਟ ਆਉਂਦੀ ਹੈਗੀ ਆ ਜਾਂ ਜਿਹੜੀਆਂ ਵੱਡੀਆਂ ਪ੍ਰਾਪਰਟੀਆਂ ਨੇ ਉਹਦੇ ਵਿੱਚ ਤੁਸੀਂ ਫਿਰ ਕਿੱਦਾਂ ਉਹਨਾਂ ਨੂੰ ਟੈਕਲ ਕਰਦੇ ਹੈਗੇ ਹੋ ਜੀ? ਡਾਊਨ ਪੇਮੈਂਟਸ ਦੀ ਅੱਜਕੱਲ ਪ੍ਰੋਬਲਮ ਆ ਰਹੀ ਹੈ ਜੀ, ਬਹੁਤ ਵੱਡੀ ਪ੍ਰੋਬਲਮ ਹੈਗੀ ਜਿਹੜੀ ਡਾਊਨ ਪੇਮੈਂਟ ਦੀ, ਬਹੁਤ ਹੀ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈਗੀ ਆ, ਕਿਉਂਕਿ ਜਿਹੜੀਆਂ ਅਪਰੇਜ਼ਲਾਂ ਘੱਟ ਆ ਰਹੀਆਂ ਨੇ, ਇਸ ਕਰਕੇ ਕਿਸੇ ਪਾਸੇ ਜਾਂ $1-2 ਲੱਖ ਤੁਹਾਨੂੰ 20 ਲੈਂਡਰ ਤੋਂ ਚੱਕਣਾ ਪੈਂਦਾ ਜਾਂ ਕਿਸੇ ਪਾਸੇ ਹੋਰ ਕਰਨਾ ਪੈਂਦਾ ਹੈਗਾ। ਇਸ ਕਰਕੇ ਕਾਫੀ ਵੱਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਆਊਗੀ ਪ੍ਰੋਬਲਮ। ਇਸ ਕਰਕੇ ਤੁਸੀਂ ਅਗਰ ਤੁਹਾਡਾ ਜਿਹੜਾ ਸ਼ਾਰਟ ਆ ਡਾਊਨ ਪੇਮੈਂਟ ਜਿਹੜੀ ਘਟ ਰਹੀ ਹੈਗੀ ਆ, ਤਾਂ ਤੁਸੀਂ ਇਹਨਾਂ ਦੇ ਨਾਲ ਜਿਹੜਾ ਸੰਪਰਕ ਕਰ ਲਓ, ਤੁਹਾਨੂੰ ਡਿਟੇਲ ਦੇ ਵਿੱਚ ਜਿਹੜਾ ਦੱਸ ਦੇਣਗੇ, ਗਰੰਟੀ ਕਰਦੇ ਨੇ, ਤੁਹਾਡਾ ਵਾਅਦਾ ਕਰਦੇ ਨੇ, ਤੁਹਾਡੀ ਪੂਰੀ ਜਿਹੜੀ ਹੈਲਪ ਆ ਜਿਹੜੀ ਮੌਰਗੇਜ ਦੇ ਵਿੱਚ ਕਰਨਗੇ। ਜੀ ਪ੍ਰੀਤੀ ਜੀ, ਕੀ ਕਹਿਣਾ ਚਾਹੁੰਦੇ ਜੀ? ਜਿੱਦਾਂ ਜਿਹੜਾ ਆਪਣੇ ਕ੍ਰੈਡਿਟ ਸਕੋਰ ਇੱਕ ਹੋਰ ਵੀ ਨਾਲ ਜਿਹੜਾ ਆਪਾਂ ਕਰ ਦਈਏ, ਆਪਾਂ ਕ੍ਰੈਡਿਟ ਨੂੰ ਕਿੱਦਾਂ ਸੇਵ ਕਰ ਸਕਦੇ ਹਾਂ, ਆਪਾਂ ਸਕੋਰ ਆ ਜਿਹੜੇ ਕਿੱਦਾਂ ਉਹਨੂੰ ਹੋਰ ਵਧਾ ਸਕਦੇ ਹੈਗੇ ਆ? ਕ੍ਰੈਡਿਟ ਸਕੋਰ ਤਾਂ ਦੇਖੋ ਜੀ ਟਾਈਮ ਲੱਗਦਾ ਕ੍ਰੈਡਿਟ ਸਕੋਰ ਨੂੰ ਬਿਲਡ ਹੋਣ ਲਈ। ਮੈਂ ਤਾਂ ਇਹੀ ਕਹੂੰਗੀ ਕਿ ਦੇਖੋ, ਸਭ ਤੋਂ ਪਹਿਲਾਂ ਤਾਂ ਆਪਣੇ ਕੁਝ ਵੀ ਤੁਹਾਡੇ ਕ੍ਰੈਡਿਟ ਕਾਰਡ ਨੇ, ਤੁਹਾਡੇ ਫੋਨ ਦੇ ਬਿੱਲ ਨਾਲ, ਦੇਖੋ ਇਹ ਕੈਨੇਡਾ ਹੈਗਾ, ਇੱਥੇ ਤਾਂ ਤੁਸੀਂ $2 ਵੀ ਤੁਹਾਡੇ ਪੈਂਡਿੰਗ ਕਿਤੇ ਵੀ ਪਏ ਆ ਤਾਂ ਤੁਹਾਡੇ ਉਹ ਕ੍ਰੈਡਿਟ ਸਕੋਰ ਤੇ ਇਫੈਕਟ ਕਰੋਗੇ। ਸੋ ਆਪਣੇ ਅਪ ਟੂ ਡੇਟ ਬਿਲਸ ਰੱਖੋ, ਆਪਣੇ ਕੋਈ ਵੀ ਵੀਜ਼ਾ, ਫੋਨ ਦੇ ਬਿਲਸ ਹੋ ਗਏ, ਕੋਈ ਵੀ ਬਿਲਸ ਉਧਰ ਹੈਗੇ ਆ। ਬਾਕੀ ਸਪੈਸ਼ਲੀ ਜਦੋਂ ਤੁਸੀਂ ਘਰ ਬਾਏ ਕਰਨਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਕੋਈ ਬਿਗ ਪਰਚੇਜ਼ ਨਾ ਕਰੋ। ਕਾਰ ਲੋਨ ਹੋ ਗਿਆ, ਉਹ ਤੁਹਾਡੇ ਫਿਰ ਅਪਰੂਵ ਕਰਾਉਣ ਨੂੰ ਬਹੁਤ ਵੱਡਾ ਇਫੈਕਟ ਪੈਂਦਾ ਉਹਦੇ ਤੇ। ਜੀ ਸਹੀ ਗੱਲ ਆ ਜੀ। ਅਗਰ ਤੁਸੀਂ ਇਹ ਆਪਣੀ ਪ੍ਰਾਪਰਟੀ ਕੋਈ ਲੈਣੀ ਹੈਗੀ ਆ, ਤੁਸੀਂ ਆਉਣ ਵਾਲੇ ਜਿੱਦਾਂ ਵੀ 6 ਮਹੀਨੇ ਨੂੰ ਜਾਂ ਸਾਲ ਤੱਕ ਤੁਸੀਂ ਹੁਣ ਤੋਂ ਹੀ ਜਿਹੜਾ ਆਪਣੇ ਕ੍ਰੈਡਿਟ ਸਕੋਰ ਅਪ ਕਰਨੇ ਸ਼ੁਰੂ ਕਰ ਦਿਓ। ਕਈ ਵਾਰ ਆਪਾਂ ਮਾਲ ਦੇ ਵਿੱਚ ਜਾਂਦੇ ਹੈਗੇ ਆ, ਉੱਥੇ ਕਈ ਵਾਰ ਆਪਾਂ ਵੀਜ਼ੇ ਵਾਲੇ ਖੜੇ ਹੁੰਦੇ ਨੇ ਜੀ, ਵੀਜ਼ਾ ਆਪਾਂ ਫਿਲ ਕਰ ਦਿਓ ਜੀ, ਉਹਦੇ ਨਾਲ ਵੀ ਤੁਹਾਡੇ ਜਿਹੜੇ ਕ੍ਰੈਡਿਟ ਸਕੋਰ ਆ ਡਾਊਨ ਜਾ ਸਕਦੇ ਨੇ। ਵਾਰ-ਵਾਰ ਜਦੋਂ ਹਿੱਟ ਕਰਦਾ ਹੈਗਾ ਤੁਸੀਂ ਤੁਹਾਡਾ ਕ੍ਰੈਡਿਟ, ਤੇ ਨਾਲ ਦੀ ਨਾਲ ਅਗਰ ਕੋਈ ਗੱਡੀ ਤੁਸੀਂ ਲੈਣੀ ਹੈਗੀ ਆ 6 ਮਹੀਨੇ ਸਾਲ ਘਰ ਲੈਣ ਤੋਂ ਬਾਅਦ 'ਚ ਹੀ ਬਾਏ ਕਰੋ, ਜਾਂ ਵੀਜ਼ੇ ਦੀ ਪੇਮੈਂਟ ਆ, ਜਾਂ ਫੋਨ ਦਾ ਬਿੱਲ ਹੈਗਾ, ਜਾਂ ਤੁਹਾਡੀ ਕੋਈ ਹੋਰ ਟ੍ਰਾਂਜੈਕਸ਼ਨ ਹੈਗੀ ਆ ਤੋਂ ਆਪਣੀ ਜਾ ਰਹੀ ਹੈਗੀ ਆ, ਉਹ ਤੁਹਾਡੀ ਡਿਕਲਾਈਨ ਹੋ ਜਾਂਦੀ ਆ, ਗੋ ਥਰੂ ਨਹੀਂ ਹੁੰਦੇ ਹੈਗੇ, ਤੁਹਾਡੇ ਕ੍ਰੈਡਿਟ ਸਕੋਰਾਂ ਨੂੰ ਹਿੱਟ ਕਰਦੇ ਹੈਗੇ। ਇਸ ਕਰਕੇ ਤੁਸੀਂ ਆਪਦੇ ਕ੍ਰੈਡਿਟ ਸਕੋਰ ਆਪ ਐਕੋਫੈਕਸ ਚੈੱਕ ਕਰੋ। ਇਹ ਤਾਂ ਨਹੀਂ ਕੋਈ ਤੁਹਾਡਾ ਕੋਈ ਆਪਣੇ ਲਾਇਸੈਂਸ ਜਾਂ ਸਿਨ ਨੰਬਰ ਪਾ ਕੇ ਤੁਹਾਡਾ ਕਿਸੇ ਨੇ ਹੋਰ ਕੋਈ ਯੂਜ਼ ਕਰ ਰਿਹਾ ਹੈਗਾ, ਤੁਹਾਨੂੰ ਪਤਾ ਲੱਗਦਾ ਹੈਗਾ ਤੁਹਾਡੀ ਜਿਹੜੀ ਕ੍ਰੈਡਿਟ ਹਿਸਟਰੀ ਹੈਗੀ ਆ, ਮੈਨੂੰ ਕਿੱਥੇ ਆਪਣੇ ਹੋਰ ਮੈਨੂੰ ਸਹੀ ਹੋਣਾ ਚਾਹੀਦਾ, ਮੇਰੇ ਸਕੋਰ ਆ ਜਿਹੜੇ ਹੋਰ ਵੱਧ ਸਕਦੇ ਨੇ, ਕਿਉਂਕਿ ਬਹੁਤ ਜ਼ਿਆਦਾ ਇੱਥੇ ਫਰਾਡ ਚੱਲਦਾ ਹੈਗਾ। ਤੁਹਾਡੇ ਨਾਂ ਦੇ ਉੱਤੇ ਵੀਜ਼ੇ ਕਾਰਡ ਜਾਂ ਕ੍ਰੈਡਿਟ ਲਾਈਨ ਬਣਾ ਕੇ ਜਿਹੜੇ ਲੋਕੀ ਨੇ, ਜਿਹੜੇ ਇੱਦਾਂ ਦੇ ਨੇ ਜਿਨ੍ਹਾਂ ਦਾ ਸੋਚਣਾ ਹੀ ਗਲਤ ਹੈਗਾ, ਉਹਨਾਂ ਨੇ ਗਲਤ ਤਰੀਕੇ ਨਾਲ ਪੈਸੇ ਬਣਾਉਣੇ ਹੈਗੇ ਨੇ, ਤੇ ਤੁਹਾਡਾ ਕ੍ਰੈਡਿਟ ਯੂਜ਼ ਕਰਕੇ ਤੇ ਤੁਹਾਡੇ ਨਾਂ ਦੇ ਉੱਤੇ ਜਿਹੜੀ ਕ੍ਰੈਡਿਟ ਲਾਈਨਾਂ ਬਣਾ ਲੈਂਦੇ ਨੇ। ਇੱਥੇ ਤੱਕ ਵੀ ਪ੍ਰੀਤੀ ਜੀ ਹੈਗਾ, ਲੋਕੀ ਇੰਡੀਆ ਗਏ ਸੀ ਜਾਂ ਹੋਰ ਦੇਸ਼ਾਂ ਦੇ ਵਿੱਚ ਗਿਆ ਸੀ, ਉਹਨਾਂ ਦਾ ਘਰ ਆਪਦੇ ਨਾਂ ਦੇ ਉੱਤੇ ਟ੍ਰਾਂਸਫਰ ਕਰਵਾ ਲਿਆ ਹੈਗਾ। ਦੇਖੋ ਜੀ, ਅੱਜ ਦੀ ਡੇਟ 'ਚ ਤਾਂ ਬਹੁਤ ਜ਼ਿਆਦਾ ਫਰਾਡ ਚੱਲ ਰਹੇ ਨੇ, ਤਾਂ ਬੀ ਕੇਅਰਫੁਲ। ਹਾਂਜੀ, ਮੈਂ ਤਾਂ ਸਭ ਨੂੰ ਕਹੂੰਗੀ, ਨਾਟ ਈਵਨ ਕੈਨੇਡਾ, ਈਵਨ ਇੰਡੀਆ ਤੋਂ ਵੀ ਬਹੁਤ ਸਾਰੀਆਂ ਇੱਦਾਂ ਦੀ ਖਬਰਾਂ ਆਉਂਦੀਆਂ ਕਿ ਬੈਂਕਸ 'ਚੋਂ ਮਨੀ ਚਲੇਗੀ, ਇੱਥੇ ਵੀ। ਸੋ ਬੀ ਕੇਅਰਫੁਲ। ਹਾਂਜੀ ਬਟ ਤੁਸੀਂ ਆਪਦਾ ਜਿਹੜਾ ਹੈਗਾ ਸੇਫਟੀ ਤੁਸੀਂ ਆਪ ਖੁਦ ਰੱਖੋ। ਤੁਸੀਂ ਆਪਦਾ ਜਿਹੜਾ ਕ੍ਰੈਡਿਟ ਹੈਗਾ ਸੇਫ ਤੁਸੀਂ ਆਪ ਖੁਦ ਰੱਖਣਾ ਹੈਗਾ। ਇਸ ਕਰਕੇ ਤੁਸੀਂ ਪ੍ਰਾਪਰਟੀ ਤੁਹਾਡੀ ਲਈ ਹੋਈ ਆਪਾਂ ਨੂੰ ਇਸ ਮੁਲਕਾਂ ਦੇ ਵਿੱਚ ਆ, ਫਿਰ ਵੀ ਤੁਸੀਂ ਜਿਹੜਾ ਚੈੱਕ ਕਰਦੇ ਰਹੋ। ਬਟ ਫਿਰ ਵੀ ਤੁਹਾਨੂੰ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ, ਕੋਰਟ ਕਚਹਿਰੀਆਂ ਦੇ ਵਕੀਲਾਂ ਦੇ ਫਿਰ ਤੁਹਾਨੂੰ ਜਿਹੜੇ ਚੱਕਰ ਲਗਾਉਣੇ ਪੈ ਸਕਦੇ ਹੈਗੇ ਆਪਣੇ ਕ੍ਰੈਡਿਟ ਸਕੋਰ ਵਾਸਤੇ। ਤੁਸੀਂ ਕਿੱਦਾਂ ਇਸ ਨੂੰ ਸੇਵ ਰੱਖਣਾ ਹੈਗਾ, ਕਿੱਦਾਂ ਤੁਸੀਂ ਇਸ ਦੇ ਸਕੋਰ ਉੱਪਰ ਲੈ ਕੇ ਜਾਣੇ ਹੈਗੇ ਨੇ, ਜਾਂ ਮੌਰਗੇਜ ਤੁਹਾਡੀ ਨਹੀਂ ਹੋ ਰਹੀ, ਫਸਟ ਸੈਕੰਡ ਥਰਡ ਮੌਰਗੇਜ ਲੈਣ ਵਾਸਤੇ ਭਾਵੇਂ ਤੁਸੀਂ ਕੋਈ ਕਮਰਸ਼ੀਅਲ ਜੋ ਟਰੱਕ ਜਾੜ ਲਿਆ ਹੈਗਾ, ਤਾਂ ਵੀ ਆਪਣੇ ਪ੍ਰੀਤੀ ਹੋਣਾ ਦੇ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈਗਾ। 647 646 6846 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਅਖੀਰ ਦੇ ਵਿੱਚ ਤੁਸੀਂ ਆਪਦਾ ਫੋਨ ਨੰਬਰ ਤੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ? ਕੈਰੀਅਨ ਜੀ। ਹਾਂਜੀ ਜ਼ਰੂਰ। ਮੈਂ ਇਹੀ ਕਹਿਣਾ ਚਾਹੂੰਗੀ, ਕੋਈ ਵੀ ਪ੍ਰੋਬਲਮ ਹੈਗੀ ਆ ਜੀ, ਘਰ ਲੈਣ 'ਚ ਕੋਈ ਵੀ ਪ੍ਰੋਬਲਮ ਆ ਰਹੀ ਹੈ, ਕੋਈ ਬੈਡ ਕ੍ਰੈਡਿਟ ਹੈਗਾ ਜਾਂ ਇਨਕਮ ਦੀ ਪ੍ਰੋਬਲਮ ਆ ਰਹੀ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਕੋਈ ਵੀ ਪ੍ਰੋਬਲਮ ਹੈ ਉਹਦਾ ਸੋਲੂਸ਼ਨ ਕੱਢ ਸਕਦੇ ਆ। ਸੋ ਮੈਂ ਹੈਗੀ ਪ੍ਰੀਤੀ, ਸੋ ਮੈਨੂੰ ਕਾਲ ਕਰੋ 6476466846। ਥੈਂਕ ਯੂ ਜੀ। ਜੀ ਬਹੁਤ ਬਹੁਤ ਧੰਨਵਾਦ ਪ੍ਰੀਤੀ ਜੀ, ਤੁਸੀਂ ਸਟੂਡੀਓ ਆਏ ਸਾਡੇ ਦਰਸ਼ਕਾਂ ਦੇ ਨਾਲ ਜੋ ਸਾਂਝ ਪਾਈ ਦੱਸਿਆ, ਤੇ ਮੌਰਗੇਜ ਦੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਅਪਰੇਜ਼ਲ ਦੇ ਵਿੱਚ, ਜਾਂ ਕਿਸੇ ਨੇ ਕੋਈ ਬੈਂਕਰਪਸੀ ਕੀਤੀ ਆ, ਉਹ ਵੀ ਜਿਹੜਾ ਕਰ ਇਹ ਤੁਹਾਨੂੰ ਦਵਾ ਸਕਣਗੇ। 647 646 6846 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਪ੍ਰੀਤੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ।